ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਦੀਨਾਬੰਧੂ ਖੰਡਾਂ ਤੇ ਬ੍ਰਹਮੰਡਾਂ ਦੇ ਮਾਲਕ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਦੁਪਹਿਰ ਦੇ ਸਜੇ ਹੋਏ ਸੁੰਦਰ ਦੀਵਾਨ ਅੰਦਰ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਆਪਣੇ ਜਨਮ ਅਤੇ ਸਵਾਸਾਂ ਨੂੰ ਸਫਲ ਕੀਤਾ ਹੈ। ਆਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫਤਿਹ, ਜੋ ਸਾਨੂੰ ਸਭਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਆਪਣੀ ਰਸਨਾ ਨਾਲ ਉਚਾਰਨ ਕਰਕੇ ਰਸਨਾ ਨੂੰ ਪਵਿੱਤਰ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਜੋ ਸਾਰੇ ਸਿੱਖ ਪੰਥ ਨੂੰ, ਸਭ ਸਿੱਖਾਂ ਨੂੰ ਹੁਕਮ ਸਮਝ ਲਵੋ ਕੀਤਾ ਹੈ ਕਿ ਗੁਰਬਾਣੀ ਨਾਲ ਜੁੜੋ। ਗੁਰਮੰਤਰ ਅਤੇ ਮੂਲ ਮੰਤਰ ਦਾ ਜਿੰਨੀਆਂ ਸਿੱਖ ਸੰਗਤਾਂ ਵੱਧ ਤੋਂ ਵੱਧ ਜਾਪ ਕਰ ਸਕਦੀਆਂ ਉਹ ਕੀਤਾ ਜਾਵੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੁਕਮ ਦੀ ਪਾਲਣਾ ਬਹੁਤਾਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖ ਸੰਗਤਾਂ ਨੂੰ ਕਰਨੀ ਚਾਹੀਦੀ ਹੈ ਅਤੇ ਕਰ ਰਹੀਆਂ ਨੇ। ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਨੇ, ਉਹ ਸਾਧ ਸੰਗਤ ਜੀ ਮੂਲ ਮੰਤਰ ਤੇ ਮੂਲ ਮੰਤਰ ਤੋਂ ਪਹਿਲਾਂ ਗੁਰਮੰਤਰ ਦਾ ਜਾਪ ਕਰ ਰਹੀਆਂ ਨੇ, ਸਿਮਰਨ ਕਰ ਰਹੀਆਂ ਨੇ। ਆਪ ਸਰਬੱਤ ਸੰਗਤਾਂ ਨੇ ਵੀ ਕੀਤਾ ਹੈ। ਜਿੰਨਾ ਕੁ ਸਮਾਂ ਗੁਰਮੁਖਾਂ ਨੇ ਆਪ ਜੀ ਦੀ ਸੇਵਾ ਕਰਨ ਲਈ ਬਖਸ਼ਿਸ਼ ਕੀਤਾ ਹੈ, ਆਪਾਂ ਉਹ ਸਾਰਾ ਸਮਾਂ ਸਾਧ ਸੰਗਤ ਜੀ ਗੁਰਮੰਤਰ ਅਤੇ ਮੂਲ ਮੰਤਰ ਤੇ ਹੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਵਿਚਾਰ ਕਰਦੇ ਹਾਂ। ਮੂਲ ਮੰਤਰ ਅਤੇ ਗੁਰਮੰਤਰ ਹੀ ਕਿਉਂ ਬਹੁਤਾਤ ਵਿੱਚ ਜਪਿਆ ਜਾਂਦਾ ਹੈ? ਜਦੋਂ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਅੰਮ੍ਰਿਤ ਅਭਿਲਾਖੀ ਨੂੰ ਗੁਰੂ ਵਾਲਾ ਬਣਾਉਂਦੇ ਨੇ ਅੰਮ੍ਰਿਤ ਦੇ ਕੇ, ਉਦੋਂ ਸਾਧ ਸੰਗਤ ਜੀ 15 ਵਾਰੀ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਅੰਮ੍ਰਿਤ ਛਕਣ ਵਾਲੇ ਨੂੰ 15 ਵਾਰੀ ਵਾਹਿਗੁਰੂ ਵਾਹਿਗੁਰੂ ਕਿੰਨੀ ਵਾਰ ਵਿੱਚ ਆਉਂਦਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਵਾਉਂਦੇ ਨੇ। ਪਹਿਲਾਂ ਆਪ ਬੋਲਦੇ ਨੇ, ਫਿਰ ਅੰਮ੍ਰਿਤ ਅਭਿਲਾਖੀ ਨੂੰ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਚੋਲੇ ਜਦੋਂ ਉਹ ਛਕਦਾ ਹੈ, ਪੰਜ ਸਾਧ ਸੰਗਤ ਜੀ 5 ਵਾਰੀ ਛੱਟੇ, ਫਿਰ ਅੱਖਾਂ 'ਚ, ਫਿਰ 5 ਵਾਰੀ ਕੇਸਾਂ 'ਚ ਅੰਮ੍ਰਿਤ ਪਾਇਆ ਜਾਂਦਾ ਹੈ। 15 ਵਾਰੀ ਵਾਹਿਗੁਰੂ ਦੀ ਫਤਿਹ ਬੁਲਾਈ ਜਾਂਦੀ ਹੈ। ਪੰਜ ਪਿਆਰੇ ਉਦੋਂ ਜਦੋਂ ਸਾਨੂੰ
ਫਤਿਹ ਬੁਲਵਾਉਂਦੇ ਨੇ, ਭਾਵ ਕਿ ਜਿਹੜੇ ਅੰਮ੍ਰਿਤ ਛਕਦੇ ਨੇ ਉਹ ਸਾਧ ਸੰਗਤ ਜੀ, ਉਹ ਜਿਹੜੀ ਫਤਿਹ ਬੁਲਵਾਉਂਦੇ ਨੇ ਨਾ, ਉਸ ਫਤਿਹ ਦੇ ਵਿੱਚ ਜਿਹੜੇ ਅੱਖਰ ਹੁੰਦੇ ਨੇ ਫਤਿਹ ਦੇ, ਉਸ ਫਤਿਹ ਦੇ ਅੱਖਰ ਹੁੰਦੇ ਨੇ ਵਵੇ ਕੰਨਾ, ਹਾਹੇ ਸਿਹਾਰੀ, ਗੱਗੇ ਔਂਕੜ, ਰਾਰੇ ਦੁਲੈਂਕੜ। ਵਾਹਿਗੁਰੂ ਤੇ ਵਾਹਿਗੁਰੂ ਦਾ ਹੀ ਗੁਰਮੰਤਰ ਆਪ ਸਰਬੱਤ ਸੰਗਤਾਂ ਨੇ ਕੀਤਾ ਹੈ ਤੇ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਿੱਖ ਪੰਥ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਕਤੀਆਂ, ਐਸੀਆਂ ਸਾਧ ਸੰਗਤ ਜੀ ਵਿਰੋਧੀ ਪਾਰਟੀਆਂ ਪੈਦਾ ਕੀਤੀਆਂ ਗਈਆਂ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਕੀਤਾ ਜਾਵੇ, ਕਿਉਂਕਿ ਦੁਸ਼ਮਣਾਂ ਨੇ ਸਿੱਖਾਂ ਨੂੰ ਆਰਿਆਂ ਉੱਤੇ ਚਾੜ ਕੇ ਵੀ ਦੇਖ ਲਿਆ, ਦੇਗਿਆਂ ਵਿੱਚ ਉਬਾਲ ਕੇ ਵੀ ਦੇਖ ਲਿਆ, ਬੰਦ ਕੱਟ ਕੇ ਵੀ ਦੇਖ ਲਏ, ਰੋਂਚ ਲਪੇਟ ਕੇ ਸਾੜ ਕੇ ਅੱਗ ਲਾ ਕੇ ਵੀ ਦੇਖ ਲਿਆ, ਤੋਪਾਂ ਟੈਂਕਾਂ ਨਾਲ ਵੀ ਸਾਧ ਸੰਗਤ ਜੀ ਮਾਰ ਕੇ ਉਡਾ ਕੇ ਵੇਖ ਲਿਆ, ਭੁੱਖੇ ਰੱਖ ਕੇ ਵੇਖ ਲਿਆ, ਬੜੇ ਤਸੀਹੇ ਦਿੱਤੇ, ਬੜੇ ਜ਼ੁਲਮ ਢਾਹੇ, ਕਹਿਰ ਹੋ ਗਿਆ ਸਤ ਸੰਗਤ ਜੀ, ਹੱਦੋਂ ਵੱਧ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ, ਪਰ ਤਾਂ ਵੀ ਸਾਧ ਸੰਗਤ ਜੀ ਸਿੱਖਾਂ ਨੂੰ ਮੁਕਾ ਨਹੀਂ ਸਕੇ। ਤੁਹਾਡੇ ਸਾਹਮਣੇ ਹੀ ਹੈ ਸ਼ਹੀਦਾਂ ਦੀਆਂ ਸ਼ਹੀਦੀਆਂ। ਕਿਸੇ ਸਿੰਘ ਨੂੰ ਪੁੱਠਾ ਲਮਕਾ ਕੇ ਸਾਧ ਸੰਗਤ ਜੀ ਅੱਗ ਲਾ ਦਿੱਤੀ, ਕਿਸੇ ਨੂੰ ਪੁੱਠਾ ਲਮਕਾ ਕੇ ਉਹਦੀ ਖੱਲ ਲਾਤੀ, ਕਿਸੇ ਨੂੰ ਜਿਉਂਦੇ ਜੀ ਸਾੜ ਦਿੱਤਾ, ਕਿਸੇ ਨੂੰ ਜਿਉਂਦੇ ਜੀ ਬੱਜਰ ਬਣਾ ਦਿੱਤਾ, ਅੱਖਾਂ ਕੱਢ ਦਿੱਤੀਆਂ ਤੇ ਸਾਧ ਸੰਗਤ ਜੀ ਗਰਮ ਲੋਹੇ ਦੀਆਂ ਸੀਖਾਂ ਅੱਖਾਂ ਵਿੱਚ ਤੇ ਢਿੱਡ ਦੇ ਵਿੱਚ ਧਸਾ ਕਰਕੇ ਸਾੜ ਦਿੱਤਾ, ਗਰਮ ਪ੍ਰੈਸ ਲਾ ਕੇ ਸ਼ਹੀਦ ਕਰ ਦਿੱਤਾ। ਸਭ ਕੁਝ ਤੁਹਾਡੇ ਸਾਹਮਣੇ ਹੈ, ਕਿਹੜਾ ਕੁਝ ਲੁਕਿਆ ਛਿਪਿਆ? ਸਭ ਕੁਝ ਪ੍ਰਤੱਖ ਹੈ, ਸਾਹਮਣੇ ਹੈ। ਕਿੰਨੇ ਤਸੀਹੇ ਦੇ ਕੇ ਗੁਰੂ ਕਿਆਂ ਸਿੱਖਾਂ ਨੂੰ ਮਕਾਉਣਾ ਚਾਹੁੰਦੇ ਸੀ, ਖਤਮ ਕਰਨਾ ਚਾਹੁੰਦੇ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ ਪੰਥ ਨਾ ਕਦੇ ਮੁੱਕਣਾ। ਇਹ ਗੁਰੂ ਨਾਨਕ ਸਾਹਿਬ ਇਸ ਦੇ ਬਾਨੀ ਨੇ, ਤੇ ਗੁਰੂ ਨਾਨਕ ਸਾਹਿਬ ਬਾਨੀ ਨੇ। ਜਿਸ ਪੰਥ ਦੇ ਮਾਲਕ ਗੁਰੂ ਨਾਨਕ ਸਾਹਿਬ ਹੋਣ, ਦੁਨੀਆ ਤੇ ਕਿਹੜਾ ਜੰਮਿਆ ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਖਤਮ ਕਰਨ ਵਾਲਾ? ਦੁਸ਼ਮਣਾਂ ਨੇ ਬੜੀਆਂ ਚਾਲਾਂ ਚਲੀਆਂ, ਪਰ ਉਹ ਸਾਧ ਸੰਗਤ ਜੀ ਆਪਣੀਆਂ ਚਾਲਾਂ ਵਿੱਚ ਜਿਹੜੀ ਉਹਨਾਂ ਦੀ ਮੰਜ਼ਿਲ ਸੀ, ਜਿੱਥੇ ਉਹ ਪਹੁੰਚਣਾ ਚਾਹੁੰਦੇ ਸੀ, ਨਹੀਂ ਪਹੁੰਚ ਸਕੇ। ਇਹ ਨਹੀਂ ਕਿ ਦੁਸ਼ਮਣਾਂ ਨੇ ਉਦੋਂ ਹੀ ਚਾਲਾਂ ਚੱਲੀਆਂ ਸੀ, ਅੱਜ ਨਹੀਂ ਚੱਲਦੇ। ਅੱਜ ਉਸ ਤੋਂ ਵੱਧ ਖਤਰਨਾਕ ਚਾਲਾਂ ਚੱਲਦੇ ਨੇ। ਵੇਖੋ, ਸਰੀਰ ਇੱਕ ਵਾਰ ਮਰਦਾ ਹੈ, ਪਰ ਜਿਸ ਬੰਦੇ ਦੀ ਜ਼ਮੀਰ ਮਰ ਜਾਵੇ ਉਹ ਰੋਜ਼ ਮਰਦਾ ਹੈ। ਸਰੀਰ ਦੀ ਮੌਤ ਇੱਕ ਦਿਨ ਹੋਣੀ ਹੈ, ਉਹ ਹੋਣੀ ਹੈ ਤੇ ਹੋ ਕੇ ਰਹਿਣੀ ਹੈ। ਜਿਸ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ ਉਹ ਰੋਜ਼ ਮਰਦਾ ਹੈ, ਥਾਂ ਤੇ ਮਰਦਾ ਹੈ। ਕਿਉਂਕਿ ਜਿਸ ਬੰਦੇ ਦੀ ਇੱਜ਼ਤ ਨਹੀਂ, ਉਹ ਭਾਵੇਂ ਮਹਿੰਗੇ ਪਤਲੇ ਮੋਟੇ ਵਧੀਆ ਬ੍ਰਾਂਡਾਂ ਦੇ ਕੱਪੜੇ ਪਾ ਕੇ ਰੱਖੇ, ਇੱਜ਼ਤ ਉਹਦੀ ਹੈ ਹੀ ਨਹੀਂ, ਤੇ ਕੱਪੜੇ ਪਾਉਣ ਦਾ ਵੀ ਲਾਭ ਬਹੁਤਾਤ ਵਿੱਚ ਨਹੀਂ ਮੰਨਿਆ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਸਰੀਰ ਉੱਤੇ ਕੱਪੜੇ ਪਾਉਣੇ ਨਹੀਂ। ਇਹ ਸੰਸਾਰ ਦੀ ਮਰਿਆਦਾ ਹੈ। ਜੇ ਸੰਸਾਰ ਵਿੱਚ ਰਹਿਣਾ ਹੈ ਤੇ ਸੰਸਾਰ ਦੇ ਹਿਸਾਬ ਨਾਲ ਜੋ ਸਾਡੇ ਸਰੀਰ ਦਾ ਪਹਿਰਾਵਾ ਉਹ ਸਾਨੂੰ ਪਾਉਣਾ ਚਾਹੀਦਾ ਹੈ। ਆਪਣੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। 4 ਗੱਲਾਂ ਵਿਦਵਾਨਾਂ ਨੇ ਬੜੀਆਂ ਸੋਹਣੀਆਂ ਕਹੀਆਂ। ਉਹ ਕਹਿੰਦੇ ਭੋਜਨ, ਭਜਨ, ਖਜ਼ਾਨਾ, ਨਾਰੀ। ਧਿਆਨ ਨਾਲ ਸਰਵਣ ਕਰਿਓ ਸਾਧ ਸੰਗਤ ਜੀ। ਭੋਜਨ,
ਭਜਨ ਖਜ਼ਾਨਾ ਨਾਰੀ, ਜਹ ਚਾरों ਪੜਦੇ ਕੇ ਅਧਿਕਾਰੀ। ਭੋਜਨ, ਭਜਨ, ਖਜ਼ਾਨਾ ਤੇ ਨਾਰੀ, ਜਹ ਚਾरों ਪੜਦੇ ਕੇ ਅਧਿਕਾਰੀ। ਹੁਣ ਇਹਦੇ ਅਰਥ ਨੇ, ਇੱਕ ਭੋਜਨ, ਜਿਸ ਵੇਲੇ ਭੋਜਨ ਪ੍ਰਸ਼ਾਦਾ ਛਕਣਾ ਤੇ ਪੜਦਾ ਚਾਹੀਦਾ, ਕਿਉਂਕਿ ਬਹੁਤ ਸਾਰੇ ਐਸੇ ਵਕਾਰੀ ਇਨਸਾਨ ਹੁੰਦੇ ਨੇ ਜਿਨ੍ਹਾਂ ਦੀਆਂ ਅੱਖਾਂ ਰਾਹੀਂ ਭੋਜਨ 'ਚ ਵਕਾਰ ਪੈਦਾ ਹੋ ਜਾਂਦਾ ਹੈ। ਇਸ ਕਰਕੇ ਜਿਸ ਵੇਲੇ ਭੋਜਨ ਛਕਣਾ ਹੈ ਉਦੋਂ ਸਾਧ ਸੰਗਤ ਜੀ ਪੜਦਾ ਚਾਹੀਦਾ ਹੈ। ਤੇ ਜਦੋਂ ਗੁਰੂ ਕੇ ਸਿੱਖ ਭੋਜਨ ਛਕਦੇ ਨੇ, ਪ੍ਰਸ਼ਾਦਾ ਛਕਦੇ ਨੇ, ਉਹ ਸਭ ਤੋਂ ਵੱਡਾ ਜਿਹੜਾ ਪੜਦਾ ਉਹ ਸਾਧ ਸੰਗਤ ਜੀ ਕਰ ਲੈਂਦੇ ਨੇ। ਭਾਵ ਕਿ ਜਦੋਂ ਭੋਜਨ ਛਕਦੇ, ਪ੍ਰਸ਼ਾਦਾ ਛਕਦੇ, ਗੁਰੂ ਕੇ ਸਿੱਖ ਪੜ੍ਹਦੇ ਨੇ ਸ਼ਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਆਹੰ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਦੇ ਸਿੱਖ ਪੜ੍ਹਦੇ ਨੇ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾਂ ਕੇ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਫਿਰ ਗੁਰੂ ਕੇ ਸਿੱਖ ਪੜ੍ਹਦੇ ਨੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਸ਼ਬਦ ਪੜ੍ਹ ਕੇ ਪ੍ਰਸ਼ਾਦਾ ਛਕਦੇ ਨੇ। ਜਿਸ ਵੇਲੇ ਪ੍ਰਸ਼ਾਦਾ ਛਕੀਦਾ ਨਾ ਗੁਰਮੁਖੋ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜ਼ਰੂਰ ਰੱਬ ਰੱਬ ਕਰ ਲਿਆ ਕਰੋ ਥੋੜਾ ਸਮਾਂ। 5 ਕੁ ਵਾਰ ਗੁਰਮੰਤਰ ਪੜ੍ਹ ਲਿਆ, 5 ਕੁ ਵਾਰ ਮੂਲ ਮੰਤਰ ਪੜ੍ਹ ਲਿਆ, ਜ਼ਰੂਰੀ ਹੈ। ਜੇ ਅਸੀਂ ਨਾਮ ਬਾਣੀ ਨਹੀਂ ਪੜ੍ਹਦੇ, ਨਹੀਂ ਕੁਝ ਸਿਮਰਨ ਕਰਦੇ, ਨਹੀਂ ਕੋਈ ਗੁਰਬਾਣੀ ਦਾ ਸ਼ਬਦ ਪੜ੍ਹਦੇ, ਊਂ ਹੀ ਸਾਧ ਸੰਗਤ ਜੀ ਖਾਣ ਪੀਣ ਲੱਗ ਜਾਂਦੇ ਆ, ਫਿਰ ਸਾਡੇ ਵਿੱਚ ਤੇ ਪਸ਼ੂਆਂ ਜਾਨਵਰਾਂ 'ਚ ਫਰਕ ਕੀ ਰਹਿ ਗਿਆ। ਸਭ ਤੋਂ ਵਧੀਆ ਇਨਸਾਨ ਨੂੰ ਮਨੁੱਖ ਨੇ ਬਣਾਇਆ, ਇਹ ਰੱਬ ਨੇ ਬਣਾਇਆ, ਮਨੁੱਖ ਬਣਾਇਆ ਰੱਬ ਨੇ ਸਭ ਤੋਂ ਵਧੀਆ। ਜੇ ਅਸੀਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ, ਜਲ ਪਾਣੀ ਛਕਣ ਤੋਂ ਪਹਿਲਾਂ ਰੱਬ ਨੂੰ ਧਿਆਉਂਦੇ ਨਹੀਂ, ਯਾਦ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਗੁਰਬਾਣੀ ਦਾ ਕੋਈ ਸ਼ਬਦ ਨਹੀਂ ਪੜ੍ਹਦੇ, ਤੇ ਫਿਰ ਸਾਧ ਸੰਗਤ ਜੀ ਕੋਈ ਬਹੁਤਾ ਅੰਤਰ ਨਹੀਂ ਮੈਨੂੰ ਲੱਗਦਾ ਸਾਡੇ ਵਿੱਚ ਤੇ ਪਸ਼ੂਆਂ ਜਾਨਵਰਾਂ ਵਿੱਚ। ਬਚਨ ਥੋੜੇ ਜਿਹੇ ਕੌੜੇ ਨੇ, ਪਰ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਸ੍ਰੀ ਸੁਖਮਨੀ ਸਾਹਿਬ ਪਾਵਨ ਗੁਰਬਾਣੀ 'ਚ ਕਹੇ ਆ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਬਣਿਆ, ਪਰ ਮਨੁੱਖ ਬਣ ਕੇ ਜੇ ਬੰਦਾ ਪਸ਼ੂਆਂ ਵਾਲੇ ਕੰਮ ਕਰੇ, ਫਿਰ ਉਹ ਮਨੁੱਖ ਹੈ ਤਾਂ ਮਨੁੱਖਾਂ ਵਰਗਾ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਮਨੁੱਖ ਹੈ, ਇਨਸਾਨ ਹੈ, ਪਰ ਜਿਹੜੀ ਕਰਤੂਤ ਹੈ, ਜਿਹੜਾ ਕੰਮ ਹੈ, ਉਹ ਪਸ਼ੂਆਂ ਵਾਲਾ ਹੈ। ਇਸ ਕਰਕੇ ਲੰਗਰ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸੁਭਾਅ ਬਣਾਓ, ਅਰਦਾਸ ਜ਼ਰੂਰ ਕਰਿਆ ਕਰੋ। ਗੁਰੂ ਸਾਹਿਬ ਬਰਕਤ ਪਾਉਂਦੇ ਨੇ। ਪ੍ਰਸ਼ਾਦਾ ਛਕ ਕੇ ਵੀ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਿਆ ਕਰੋ। ਸਤਿਗੁਰੂ ਤੁਹਾਡੀ ਕਿਰਪਾ ਨਾਲ ਲੰਗਰ ਪ੍ਰਸ਼ਾਦਾ ਛਕਿਆ ਹੈ, ਮਹਾਰਾਜ ਕਿਰਪਾ ਰੱਖਿਓ। ਜ਼ਰੂਰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਦੁਸ਼ਮਣਾਂ ਨੇ ਚਾਰ ਗੱਲਾਂ ਵਿਦਵਾਨਾਂ ਨੇ ਕਹੀਆਂ, ਇੱਕ ਭੋਜਨ, ਇੱਕ ਭਜਨ, ਇੱਕ ਖਜ਼ਾਨਾ, ਇੱਕ ਨਾਰੀ। ਇਹਨਾਂ 4 ਗੱਲਾਂ ਨੂੰ ਅਸੀਂ ਚੇਤੇ ਰੱਖਣਾ ਹੈ, ਯਾਦ ਰੱਖਣਾ ਹੈ। ਜਿਸ ਵੇਲੇ ਭੋਜਨ ਛਕਣਾ ਹੈ, ਪ੍ਰਸ਼ਾਦਾ ਛਕਣਾ ਹੈ, ਉਸ ਵੇਲੇ ਸਾਧ ਸੰਗਤ ਜੀ ਨਾਮ ਜ਼ਰੂਰ ਥੋੜਾ ਰੱਬ ਦਾ ਜਪ ਲਿਆ ਕਰੋ। ਕਿਉਂਕਿ ਕਈ ਵਾਰ ਜਦੋਂ ਸਾਡੀ ਥਾਲੀ ਦੇ ਵਿੱਚ ਭੋਜਨ ਪ੍ਰਸ਼ਾਦਾ ਪਿਆ ਹੋਵੇ ਨਾ, ਕਈ ਵਾਰ ਇਹੋ ਜਿਹੇ ਵਕਾਰੀ ਬੰਦੇ ਸਾਡੇ ਭੋਜਨ ਵੱਲ ਵੇਖ ਕੇ, ਥਾਲੀ ਵਿੱਚ ਪਿਆ ਹੋਇਆ ਭੋਜਨ ਪ੍ਰਸ਼ਾਦਾ ਉਸ ਵੱਲ ਦੇਖ ਕੇ ਜਰ ਨਹੀਂ ਹੁੰਦਾ। ਉਹ ਮਨ ਹੀ ਮਨ ਕਹਿੰਦੇ ਨੇ, ਬੜੀਆਂ ਗੱਲਾਂ ਬਾਤਾਂ ਫਿਰ ਕਰਦੇ, ਮਨ ਹੀ ਮਨ। ਕਈ ਵਾਰ ਇਹੋ ਜਿਹੇ ਵੀ ਇਨਸਾਨ ਹੁੰਦੇ ਜਿਹੜੇ ਮੂੰਹ ਤੋਂ ਬੋਲ ਵੀ ਦਿੰਦੇ,
ਤੇ ਕਈ ਵਾਰ ਸਾਧ ਸੰਗਤ ਜੀ ਇਹੋ ਜਿਹੇ ਵੀ ਕਈ ਵਕਾਰੀ, ਕਿਉਂਕਿ ਨਿਗਾਹ ਵੀ ਵਕਾਰੀ ਹੁੰਦੀ ਹੈ ਬੰਦੇ ਦੀ ਨਿਗਾਹ ਵਿੱਚ ਵੀ ਵਕਾਰ ਪੈਦਾ ਹੋ ਜਾਂਦੇ ਨੇ, ਨਿਗਾਹ ਵਿੱਚ ਦੇਖਣੀ ਵਿੱਚ ਵੀ ਵਾਇਰਸ ਪੈਦਾ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹੀ ਬਿਮਾਰੀ ਹੈ, ਜੇ ਅਸੀਂ ਨਾਮ ਨਹੀਂ ਜਪਾਂਗੇ ਲੈਣੀ ਨਹੀਂ, ਜੇ ਉੱਦਾਂ ਹੀ ਭੋਜਨ ਪ੍ਰਸ਼ਾਦਾ ਛਕ ਲਾਂਗੇ, ਹੋ ਸਕਦਾ ਉਹਦੀ ਨਿਗਾਹ ਦੀ ਬਿਮਾਰੀ ਸਾਡੇ ਅੰਦਰ ਚਲੀ ਜਾਏ। ਇਸ ਕਰਕੇ ਨਾਮ ਜ਼ਰੂਰ ਜਪਣਾ। 5 ਵਾਰੀ ਵਾਹਿਗੁਰੂ ਕਹਿੰਦਿਆਂ ਕਿੰਨਾ ਕੁ ਸਮਾਂ ਲੱਗਦਾ ਹੈ, ਕਿਤੇ 5 ਵਾਰੀ ਗੁਰਮੰਤਰ ਜਪਦਿਆਂ ਕਿੰਨਾ ਕੁ ਸਮਾਂ ਲੱਗਦਾ ਹੈ। ਜ਼ਰੂਰ ਜਪਿਆ ਕਰੋ, ਭਲਾ ਹੈ। ਫਿਰ ਜਦੋਂ ਸਾਧ ਸੰਗਤ ਜੀ ਭੋਜਨ ਛਕਣ ਤੋਂ ਪਹਿਲਾਂ 5 ਵਾਰ ਗੁਰਮੰਤਰ 5 ਵਾਰ ਮੂਲ ਮੰਤਰ ਜਪਾਂਗੇ, ਉਹ ਫਿਰ ਭੋਜਨ ਨਹੀਂ ਰਹਿੰਦਾ, ਉਹ ਫਿਰ ਭੋਜਨ ਅੰਮ੍ਰਿਤ ਬਣ ਜਾਂਦਾ ਹੈ। ਉਹ ਭੋਜਨ ਫਿਰ ਦਵਾ ਬਣ ਜਾਂਦਾ ਹੈ, ਦਾਰੂ ਬਣ ਜਾਂਦਾ ਹੈ। ਦਾਰੂ ਮਤਲਬ ਦਵਾਈ ਬਣ ਜਾਂਦਾ ਹੈ। ਭੋਜਨ ਇਸ ਤੋਂ ਅੱਗੇ ਹੈ ਭਜਨ। ਜਿਸ ਵੇਲੇ ਸਾਧ ਸੰਗਤ ਜੀ ਭਜਨ ਕਰਨਾ ਹੈ ਨਾ, ਤੇ ਭਜਨ ਵੀ ਪਰਦੇ 'ਚ ਕਰਨਾ ਚਾਹੀਦਾ। ਪਰਦੇ 'ਚ ਮਤਲਬ ਹੁਣ ਇਹ ਨਹੀਂ ਵੀ ਇੱਥੇ ਸੰਗਤ 'ਚ ਪਰਦਾ ਕਰ ਲੈਣਾ, ਮਤਲਬ ਪਰਦੇ ਦਾ ਇਹ ਮਤਲਬ ਇਹ ਆ ਵੀ ਵਿਖਾਵਾ ਨਹੀਂ ਕਰਨਾ। ਭਜਨ ਕਰਨ ਦਾ ਵਿਖਾਵਾ ਨਹੀਂ ਕਰਨਾ। ਕਈ ਇਨਸਾਨ ਐਸੇ ਹੁੰਦੇ ਨੇ ਜਿਹੜੇ ਸਾਧ ਸੰਗਤ ਜੀ ਭਜਨ ਕਰਨ ਦਾ ਵਿਖਾਵਾ ਬਹੁਤ ਕਰਦੇ ਆ। ਅੰਦਰੋਂ ਨਾਮ ਘੱਟ ਜਪਦੇ ਹੈ, ਉੱਤੋਂ ਵਿਖਾਵਾ ਕਰਦੇ ਵੀ ਲੋਕ ਵੇਖ ਲੈਣ ਮੈਨੂੰ, ਤੇ ਇਹ ਕਹਿਣ ਲੋਕ ਵੇਖ ਕੇ ਫਲਾਣਾ ਤੇ ਨਾਮ ਹੀ ਬੜਾ ਜਪਦਾ ਜੀ। ਹੁਣ ਨਾਮ ਆਪਾਂ ਲੋਕਾਂ ਨੂੰ ਵਿਖਾਉਣ ਲਈ ਜਪਦੇ ਆ। ਨਾਮ ਸਾਧ ਸੰਗਤ ਜੀ ਦੁਨੀਆ ਨੂੰ ਵਿਖਾਉਣ ਲਈ ਜਪਣਾ ਹੈ। ਅਸੀਂ ਨਾਮ ਜਪ ਕੇ ਤੇ ਸਤਿਗੁਰੂ ਦੀ ਨਿਗਾਹ 'ਚ ਵਧੀਆ ਬਣਨਾ ਹੈ। ਦੁਨੀਆ ਦੀ ਨਿਗਾਹ ਵਿੱਚ ਕਦੇ ਕੋਈ ਪੂਰਾ ਨਹੀਂ ਉਤਰਿਆ। ਦੁਨੀਆ ਦੀ ਨਿਗਾਹ ਵਿੱਚ ਤੇ ਗੁਰੂ ਨਾਨਕ ਸਾਹਿਬ ਨਹੀਂ ਪੂਰੇ ਉਤਰੇ। ਗੁਰੂ ਨਾਨਕ ਸਾਹਿਬ ਪੂਰੇ ਸੀ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗੁਰੂ ਨਾਨਕ ਸਾਹਿਬ ਪੂਰੇ ਸੀ ਨਾ, ਕੋਈ ਕਮੀ ਤਾਂ ਨਹੀਂ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ, ਕੋਈ ਕਮੀ ਨਹੀਂ ਸੀ। ਆਪ ਨਿਰੰਕਾਰ ਸਨ। ਸਤਿਗੁਰੂ ਆਪ ਨਿਰੰਕਾਰ ਸਨ, ਰੱਬ ਸਨ। ਪਰ ਦੁਨੀਆ ਵਾਲਿਆਂ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਕਈ ਵਾਰ ਮਾੜਾ ਬੋਲ ਦਿੱਤਾ। ਸੰਸਾਰ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਬੁਰਾ ਬੋਲ ਦਿੱਤਾ। ਤੇ ਸਾਨੂੰ ਸਾਨੂੰ ਬਖਸ਼ਣਗੇ? ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਬਖਸ਼ਿਆ ਤੇ ਉਹ ਸਾਨੂੰ ਕਿਵੇਂ ਬਖਸ਼ਣਗੇ? ਦੁਨੀਆ ਦੀ ਨਿਗਾਹ ਵਿੱਚ ਚੰਗੇ ਨਾ ਬਣੀਏ, ਵਿਖਾਵਾ ਕਰ ਕਰਕੇ, ਅੰਦਰੋਂ ਕਰਕੇ ਰੱਬ ਦੀ ਨਿਗਾਹ ਵਿੱਚ ਚੰਗੇ ਬਣੀਏ। ਰੱਬ ਦੀ ਨਿਗਾਹ 'ਚ, ਜੱਗ ਦੀ ਨਿਗਾਹ 'ਚ ਵਧੀਆ ਨਾ ਬਣੀਏ, ਰੱਬ ਦੀ ਨਿਗਾਹ ਵਿੱਚ ਵਧੀਆ ਬਣੀਏ। ਸੰਸਾਰ ਦੀ ਨਿਗਾਹ ਵਿੱਚ ਵਧੀਆ ਨਾ ਬਣੀਏ, ਨਿਰੰਕਾਰ ਦੀ ਨਿਗਾਹ ਵਿੱਚ ਵਧੀਆ ਬਣੀਏ, ਜਿਸ ਨੇ ਸਾਡਾ ਲੋਕ ਪਰਲੋਕ ਸਵਾਰਨਾ ਹੈ। ਭੋਜਨ ਭਜਨ ਨੂੰ ਵੀ ਪੜ੍ਹਦਾ ਚਾਹੀਦਾ ਹੈ। ਪੜ੍ਹਦਾ ਮਤਲਬ ਵਿਖਾਵਾ ਨਹੀਂ ਚਾਹੀਦਾ, ਵਿਖਾਵਾ ਨਹੀਂ ਕਰਨਾ, ਦੁਨੀਆ ਨੂੰ ਨਹੀਂ ਵਿਖਾਉਣਾ। ਅੰਦਰੋਂ ਬਾਹਰੋਂ ਇੱਕਮਿਕ ਹੋਣਾ ਚਾਹੀਦਾ ਹੈ। ਭੋਜਨ ਭਜਨ ਖਜ਼ਾਨਾ ਦਾ ਅਰਥ ਹੈ ਮਨੀ, ਕਰੰਸੀ। ਹੁਣ ਤੁਸੀਂ ਸਾਧ ਸੰਗਤ ਜੀ ਜੇ ਮਨੀ ਨੂੰ, ਪੈਸੇ ਨੂੰ ਬਾਹਰ ਰੱਖਾਂਗੇ ਤੇ ਲੋਕ ਚੱਕ ਕੇ ਲੈ ਜਾਣਗੇ। ਬਹੁਤ ਸਾਰੇ ਐਸੇ ਇਨਸਾਨ ਨੇ ਸੰਸਾਰ ਵਿੱਚ ਜਿਹੜੇ ਲੱਭਦੇ ਫਿਰਦੇ ਵੀ ਸਾਨੂੰ ਕਿਤੋਂ ਨਾ ਕਿਤੋਂ ਮਾਇਆ ਦਾ ਗੱਫਾ ਦਿਖੇ ਤੇ ਅਸੀਂ ਉਹਨੂੰ ਚੱਕੀਏ, ਚੁਰਾਈਏ, ਪਾਸੇ ਕਰੀਏ। ਹੋਰ ਤੇ ਹੋਰ ਗੁਰੂ ਨਾਨਕ ਸਾਹਿਬ ਜੀ ਦੀ ਘਰ ਦੀ ਗੋਲਕ ਚੋਰੀ ਕਰਕੇ ਲੈ ਜਾਂਦੇ। ਕਿੰਨੀ ਵਾਰ ਤੁਸੀਂ ਸੁਣਿਆ ਹੋਵੇਗਾ। ਇੱਥੋਂ ਨਹੀਂ ਬਖਸ਼ਦੇ ਲੋਕ, ਇੱਥੇ ਵੀ ਚੋਰੀ ਕਰ ਲੈਂਦੇ ਆ। ਕਿੰਨੀ ਵਾਰ ਤੁਸੀਂ ਅਖਬਾਰਾਂ ਵਿੱਚ ਖਬਰਾਂ ਪੜ੍ਹੀਆਂ ਹੋਣਗੀਆਂ, ਫੋਟੋਆਂ ਦੇਖੀਆਂ ਹੋਣਗੀਆਂ ਕਿ ਫਲਾਣੇ ਗੁਰਦੁਆਰੇ ਸਾਹਿਬ ਦੇ ਵਿੱਚੋਂ ਗੋਲਕ ਚੋਰੀ ਹੋ ਗਈ। ਉਹ ਕੀ ਸੀ? ਅਜੇ ਮਾਇਆ ਕਰੰਸੀ ਗੋਲਕ ਦੇ ਵਿੱਚ ਪਈ ਸੀ। ਗੋਲਕ ਹੀ ਅਗਲੇ ਚੱਕ ਕੇ ਲੈ ਜਾਂਦੇ। ਜੇ ਸਾਹਮਣੇ ਬਾਹਰ ਰੱਖੋ ਤੇ ਉਹ ਨਾ ਚੱਕਣਗੇ, ਉਹ ਨਾ ਚੋਰੀ ਹੋ ਮਾਇਆ।
ਅਗਲੇ ਵੱਡੀਆਂ ਵੱਡੀਆਂ ਗੋਲਕਾਂ ਚੱਕ ਕੇ ਲੈ ਜਾਂਦੇ, ATM ਹੀ ਚੱਕ ਕੇ, ATM ਮਸ਼ੀਨਾਂ ਚੱਕ ਕੇ ਲੈ ਜਾਂਦੇ। ਤੇ ਜੇ ਮਾਇਆ ਬਾਹਰ ਪਈ ਰਹੂਗੀ ਤੇ ਮਾਇਆ ਨਾ ਚੱਕੀ ਜਾਊਗੀ। ਭੋਜਨ, ਭਜਨ, ਖਜ਼ਾਨਾ ਮਨੀ, ਕਰੰਸੀ, ਪਾਉਂਡ, ਡਾਲਰ, ਯੂਰੋ, ਜੋ ਵੀ ਹੈ, ਭੋਜਨ, ਭਜਨ, ਖਜ਼ਾਨਾ। ਤੇ ਅਗਲੀ ਗੱਲ ਭੈਣੋ ਤੁਹਾਡੇ ਲਈ ਚੇਤੇ ਰੱਖਿਓ, ਅੱਜ ਸਾਡਾ ਜਿਹੜਾ ਪਹਿਰਾਵਾ ਨਾ ਉਹ ਵੇਖੋ ਵੇਖੀ ਸਾਧ ਸੰਗਤ ਜੀ ਛੋਟਾ ਹੁੰਦਾ ਜਾਂਦਾ ਹੈ। ਭੋਜਨ, ਭਜਨ, ਖਜ਼ਾਨਾ, ਨਾਰੀ ਦਾ ਅਰਥ ਹੈ ਇਸਤਰੀ, ਔਰਤ। ਮਹਾਰਾਜ ਕਹਿੰਦੇ ਔਰਤ ਦਾ ਸਰੀਰ ਵੀ ਪਰਦੇ ਵਿੱਚ ਰਵੇ ਤੇ ਚੰਗਾ ਰਹਿੰਦਾ ਹੈ, ਪਰਦੇ ਤੋਂ ਬਾਹਰ ਹੋ ਜਾਵੇ ਤੇ ਇਹ ਵੀ ਨੁਕਸਾਨ ਕਰਨ ਲੱਗ ਜਾਂਦਾ ਹੈ। ਔਰਤ ਦਾ ਸਰੀਰ ਵੀ ਪਰਦੇ 'ਚ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਸੋਹਣੇ ਸੋਹਣੇ ਪਹਿਰਾਵੇ ਬਣਾਈਏ, ਆਪਣੇ ਸੋਹਣੇ ਸੋਹਣੇ ਪਹਿਰਾਵੇ ਆਪਣੇ ਸਰੀਰ ਉੱਤੇ ਪਾਈਏ। ਪਰਦਾ ਕਾਹਦੇ ਲਈ ਹੁੰਦਾ? ਹੁਣ ਪਰਦਾ ਜਹ ਚਾਰੋਂ ਪਰਦੇ ਕੇ ਅਧਿਕਾਰੀ, ਉਹ ਕਹਿੰਦੇ ਨੇ 4 ਚੀਜ਼ਾਂ ਪਰਦੇ ਦੇ ਪਿੱਛੇ ਰਹਿਣੀਆਂ ਚਾਹੀਦੀਆਂ। ਇਹ 4 ਚੀਜ਼ਾਂ ਸੁੱਖ ਦਿੰਦੀਆਂ। ਫਿਰ ਸੁਣਿਓ, ਇੰਨੀ ਕੁ ਗੱਲ ਨੂੰ ਸਮਝ ਲਓ ਤੇ ਬਹੁਤ ਹੈ। ਭੋਜਨ ਪਰਦੇ 'ਚ ਹੋਣਾ ਚਾਹੀਦਾ ਹੈ, ਭਜਨ ਪਰਦੇ 'ਚ ਰਹਿਣਾ ਚਾਹੀਦਾ ਹੈ, ਖਜ਼ਾਨਾ ਪਰਦੇ 'ਚ ਹੋਣਾ ਚਾਹੀਦਾ ਹੈ, ਸੁੱਖ ਦੇਣਗੇ। ਨਾਰੀ ਪਰਦੇ 'ਚ ਹੋਣੀ ਚਾਹੀਦੀ ਹੈ, ਸੁੱਖ ਮਿਲੇਗਾ। ਜਦੋਂ ਇਹਨਾਂ 4 ਚੀਜ਼ਾਂ ਤੋਂ ਪਰਦਾ ਉੱਠ ਗਿਆ, ਇਹ 4 ਹੀ ਚੀਜ਼ਾਂ ਫਿਰ ਦੁੱਖ ਦੇਣ ਲੱਗ ਜਾਂਦੀਆਂ। ਪਰਦੇ ਦਾ ਮਤਲਬ ਕੀ ਹੁੰਦਾ? ਓਲਾ। ਇਹ ਓਲੇ ਪਿੱਛੇ ਚਾਹੀਦੀਆਂ। ਤੇ ਸਾਧ ਸੰਗਤ ਜੀ, ਹੁਣ ਓਲਾ ਕੀ ਅੱਜ ਰਹਿ ਗਿਆ? ਸਾਰੀਆਂ ਨਹੀਂ। ਮੈਨੂੰ ਖਿਮਾ ਕਰਿਓ, ਸਾਰੇ ਨਹੀਂ ਇਸ ਤਰ੍ਹਾਂ ਹੁੰਦੇ, ਪਰ ਜਿਹੜੇ ਅੱਜ ਕੱਲ੍ਹ ਇਸ ਹਵਾ ਦੇ ਵਿੱਚ ਸਾਧ ਸੰਗਤ ਜੀ ਵਗ ਰਹੇ ਨੇ, ਹਵਾ ਦੇ ਵੇਗ ਵਿੱਚ ਵਗ ਰਹੇ ਨੇ, ਗੁਰੂ ਸਾਹਿਬ ਉਹਨਾਂ ਸਾਡੀਆਂ ਭੈਣਾਂ ਵੀਰਾਂ ਨੂੰ, ਇਹ ਨਹੀਂ ਇਕੱਲੀਆਂ ਭੈਣਾਂ, ਕਈ ਵੀਰਾਂ ਦੇ ਵੀ ਪਹਿਰਾਵੇ ਇੰਨੇ ਵਿਗੜ ਗਏ ਹੈ ਸਾਧ ਸੰਗਤ ਜੀ, ਸੋਹਣੇ ਨਹੀਂ ਲੱਗਦੇ, ਚੰਗੇ ਨਹੀਂ ਲੱਗਦੇ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਸਾਦੇ ਕੱਪੜਿਆਂ ਨੂੰ ਵੇਖ ਕੇ ਰਾਮ ਚੇਤੇ ਆਉਂਦਾ, ਭੜਕੀਲੇ ਤੇ ਚਮਕੀਲੇ ਕੱਪੜਿਆਂ ਨੂੰ ਵੇਖ ਕੇ ਕਾਮ ਚੇਤੇ ਆਉਂਦਾ। ਸਿਆਣੇ ਕਹਿੰਦੇ ਜਦੋਂ ਗੁਰੂ ਦੇ ਘਰ ਵਿੱਚ ਆਈਏ, ਇਹੋ ਜਿਹਾ ਪਹਿਰਾਵਾ ਬਣਾ ਕੇ ਆਓ ਜਿਹੜਾ ਸਾਡੇ ਵੱਲ ਵੇਖੇ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਏ। ਇਹੋ ਜਿਹਾ ਪਹਿਰਾਵਾ ਬਣਾ ਕੇ ਗੁਰੂ ਘਰ ਆਓ। ਇਹੋ ਜਿਹਾ ਪਹਿਰਾਵਾ ਬਣਾ ਕੇ ਗੁਰੂ ਘਰ ਨਾ ਆਓ ਜਿਹੜਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੋਵੇ, ਸਾਡੇ ਲਿਬਾਸ ਵੱਲ ਵੇਖੇ ਤੇ ਉਹਨੂੰ ਵਾਹਿਗੁਰੂ ਵਾਹਿਗੁਰੂ ਹੀ ਭੁੱਲ ਜਾਵੇ। ਇਹੋ ਜਿਹੇ ਪਹਿਰਾਵੇ ਨਾ ਬਣਾਓ। ਗੁਰੂ ਕਿਰਪਾ ਕਰੇ, ਇਹ ਜਿਹੜਾ ਫੈਸ਼ਨ ਦਾ ਦੌਰ ਚੱਲਿਆ ਹੋਇਆ ਹੈ, ਫੈਸ਼ਨ ਦੇ ਦੌਰ ਵਿੱਚ ਸਾਨੂੰ ਆਪਣੀ ਇੱਜ਼ਤ ਭੁੱਲ ਗਈ ਹੈ। ਫੈਸ਼ਨ ਦੇ ਦੌਰ ਵਿੱਚ ਇੰਨਾ ਅੱਗੇ ਨਿਕਲਦੇ ਜਾ ਰਹੇ ਆ, ਸਾਨੂੰ ਆਪਣੀ ਇੱਜ਼ਤ ਭੁੱਲ ਗਈ। ਕੱਪੜਾ ਤੇ ਹੁੰਦਾ ਤਨ ਢੱਕਣ ਲਈ, ਕੱਪੜਾ ਹੁੰਦਾ ਤਨ ਢੱਕਣ ਲਈ, ਪਰਦਾ ਹੁੰਦਾ ਓਲਾ ਕਰਨ ਲਈ, ਪਰ ਸਾਧ ਸੰਗਤ ਜੀ ਅਸੀਂ ਆਪ ਹੀ ਪਰਦਾ ਆਪਣਿਆਂ ਸਰੀਰਾਂ ਤੋਂ ਚੁੱਕੀ ਜਾਂਦੇ ਹਾਂ। ਗੁਰੂ ਕਿਰਪਾ ਕਰੇ ਸਾਨੂੰ ਸੁਮਤ ਬਖਸ਼ੇ। ਇਹ 4 ਚੀਜ਼ਾਂ ਪਰਦੇ 'ਚ ਰਹਿਣ ਤਾਂ ਚੰਗਾ ਹੈ। ਦੁਸ਼ਮਣਾਂ ਨੇ ਸਾਧ ਸੰਗਤ ਜੀ ਆਰਿਆਂ ਨਾਲ ਚੀਰ ਕੇ ਦੇਖ ਲਿਆ, ਦੁਸ਼ਮਣਾਂ ਨੇ ਤੋਪਾਂ ਟੈਂਕਾਂ ਨਾਲ ਮਾਰ ਕੇ ਉਡਾ ਕੇ, ਗੋਲੀਆਂ ਮਾਰ ਮਾਰ ਕੇ ਦੇਖ ਲਏ, ਗੋਲੇ ਮਾਰ ਮਾਰ ਕੇ ਦੇਖ ਲਏ, ਦੇਗੇ 'ਚ ਉਬਾਲ ਕੇ ਦੇਖ ਲਿਆ, ਕੀ ਕੁਝ ਨਹੀਂ ਕੀਤਾ, ਸਭ ਕੁਝ ਕੀਤਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦਾ ਪੰਥ ਖਤਮ ਨਹੀਂ ਹੋਇਆ ਤੇ ਨਾ ਇਹਨੇ ਹੋਣਾ ਹੈ, ਨਾ ਇਹਨੇ ਹੋਣਾ। ਫਿਰ ਦੁਸ਼ਮਣਾਂ ਨੇ ਇੱਕ ਚਾਲ ਚੱਲੀ। ਜਦੋਂ ਉਹਨਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਤੇ ਉਹਨਾਂ ਦੀ ਪੇਸ਼ ਨਾ ਗਈ, ਜੋ ਉਹਨਾਂ ਦੀ ਇੱਛਾ ਸੀ, ਜੋ ਉਹਨਾਂ ਦੀ ਮੰਜ਼ਿਲ ਸੀ,
ਉਹਦੇ ਉੱਤੇ ਨਾ ਪਹੁੰਚ ਸਕੇ, ਫਿਰ ਦੁਸ਼ਮਣਾਂ ਨੇ ਇੱਕ ਚਾਲ ਚੱਲੀ। ਉਹ ਚਾਲ ਕੀ ਸੀ? ਉਹ ਚਾਲ ਇਹ ਸੀ ਵੀ ਆਪਾਂ ਇਹਨਾਂ ਨੂੰ ਸਾਰੇ ਯਤਨ ਕਰਕੇ ਦੇਖ ਲਿਆ, ਸਾੜ ਕੇ ਦੇਖ ਲਿਆ, ਮਾਰ ਕੇ ਵੇਖ ਲਿਆ, ਟੋਟੇ ਕਰਕੇ ਦੇਖ ਲਿਆ, ਕੀ ਕੁਝ ਨਹੀਂ ਕੀਤਾ, ਪੂਰੀ ਵਾਹ ਲਾਤੀ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਸਿੱਖੀ ਖਤਮ ਕਿਉਂ ਨਹੀਂ ਹੋ ਸਕਦੀ। ਉਹਨਾਂ ਨੂੰ ਇਹ ਯਕੀਨ ਹੋ ਗਿਆ ਜਦੋਂ ਗੁਰੂ ਦੀਆਂ ਸਿੱਖਾਂ ਕੋਲੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਕਲਗੀਧਰ ਪਾਤਸ਼ਾਹ ਦੇ ਸ਼ਸਤਰ ਨੇ, ਭਗਤੀ ਤੇ ਸ਼ਕਤੀ ਹੈ, ਸਿੱਖਾਂ ਨੂੰ ਕੋਈ ਨਹੀਂ ਖਤਮ ਕਰ ਸਕਦਾ। ਉਹਨਾਂ ਸਮਾਂ ਸਿੱਖੀ ਨੂੰ ਕੋਈ ਨਹੀਂ ਖਤਮ ਕਰ ਸਕਦਾ। ਫਿਰ ਦੁਸ਼ਮਣਾਂ ਨੇ ਦੋਨੋਂ ਕੰਮ ਕਰਨੇ ਸ਼ੁਰੂ ਕਰਤੇ। ਉਹਨਾਂ ਸਾਨੂੰ ਤੋਪਾਂ ਨਾਲ ਮਾਰਨੋਂ ਨਿਗਾਹ ਪਾਸੇ ਕਰਕੇ ਦੂਜਾ ਕੰਮ, ਇਹ ਦੋ ਗੱਲਾਂ ਤੇ ਧਿਆਨ ਦਿੱਤਾ। ਦੋ ਗੱਲਾਂ ਤੇ ਕਿਹੜੀਆਂ ਤੇ ਧਿਆਨ ਦਿੱਤਾ? ਉਹਨਾਂ ਆਖਿਆ ਵੀ ਜੇ ਸਿੱਖੀ ਨੂੰ ਖਤਮ ਕਰਨਾ ਹੈ, ਇੱਕ ਸਿੱਖਾਂ ਨੂੰ ਬਾਣੀ ਨਾਲੋਂ ਤੋੜ ਦਿਓ ਤੇ ਦੂਜਾ ਸਿੱਖਾਂ ਨਾਲੋਂ ਬਾਣੇ ਨਾਲੋਂ ਤੋੜ ਦਿਓ। ਸਿੱਖਾਂ ਕੋਲੋਂ ਬਾਣੀ ਲੈ ਲਓ, ਬਾਣੀ ਤੋਂ ਦੂਰ ਕਰ ਦਿਓ ਤੇ ਬਾਣੇ ਤੋਂ ਦੂਰ ਕਰ ਦਿਓ। ਫਿਰ ਉਹਨਾਂ ਨੇ ਬਾਣੀ ਵਿੱਚ ਮਿਲਾਵਟ ਕਰਨੀ ਸ਼ੁਰੂ ਕਰਤੀ, ਬਾਣੀ ਘਟਾਉਣੀ ਸ਼ੁਰੂ ਕਰਤੀ। ਫਿਰ ਉਹਨਾਂ ਨੇ ਸਾਨੂੰ ਸ਼ਸਤਰਾਂ ਨਾਲੋਂ ਤੋੜਨਾ ਸ਼ੁਰੂ ਕਰਤਾ। ਪੁਰਾਤਨ ਸਮਿਆਂ ਦੇ ਵਿੱਚ ਸਾਧ ਸੰਗਤ ਜੀ 3 ਫੁੱਟ ਦੀ ਕਿਰਪਾਨ ਗੁਰੂ ਕੇ ਸਿੱਖ ਰੱਖਦੇ ਹੁੰਦੇ ਸੀ ਨਾਲ। ਅੱਜ ਦੇ ਸਮੇਂ ਵਿੱਚ 9 ਇੰਚੀ ਵੀ ਪਾ ਕੇ ਆਪਾਂ 9 ਇੰਚੀ ਕਿਰਪਾਨ ਵੀ ਨਹੀਂ ਪਾ ਸਕਦੇ। ਆਪਾਂ ਸ਼ਸਤਰਾਂ ਨਾਲੋਂ ਤੋੜ ਦਿੱਤਾ। ਬਹੁਤ ਸਾਰੇ ਐਸੇ ਘਰ ਹੋਣਗੇ ਜਿਨ੍ਹਾਂ ਦੇ ਘਰੇ ਸ਼ਸਤਰ ਨਹੀਂ ਹੋਣਗੇ। ਹੋਰ ਦੁਨਿਆਵੀ ਵਸਤੂਆਂ ਚੀਜ਼ਾਂ ਤੇ ਭਾਵੇਂ ਸਭ ਹੋਣ। ਫਿਰ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਬਾਣੀ ਨਾਲੋਂ ਤੋੜੋ ਤੇ ਬਾਣੇ ਨਾਲੋਂ ਤੋੜੋ। ਫਿਰ ਸਾਧ ਸੰਗਤ ਜੀ ਕੁਝ ਹੱਦ ਤੱਕ ਉਹ ਕਾਮਯਾਬ ਵੀ ਹੋਏ। ਅੱਜ ਸਾਧ ਸੰਗਤ ਜੀ ਗੁਰਪ੍ਰਸਾਦ ਤੱਕ ਕਈ ਮੂਲ ਮੰਤਰ ਜਪਦੇ ਆ। ਤੁਸੀਂ ਮੂਲ ਮੰਤਰ ਦਾ ਸਿਮਰਨ ਕੀਤਾ ਹੈ ਨਾ? ਇਹ ਇਹਨਾਂ ਨੇ ਚਾਲਾਂ ਖੇਡੀਆਂ ਵੀ ਨਾਨਕ ਹੋਸੀ ਵੀ ਸੱਚ, ਇੱਥੋਂ ਤੱਕ ਮੂਲ ਮੰਤਰ ਹੈ। ਉਹਨਾਂ ਨੇ ਚਾਲ ਖੇਡੀ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਜਪਾਈਏ ਤੇ ਗੁਰਪ੍ਰਸਾਦ ਤੱਕ ਸਾਧ ਸੰਗਤ ਜੀ ਸਾਡੇ 'ਚ ਸ਼ੰਕਾ ਪਾਤਾ। ਹੁਣ ਉਸ ਸ਼ੰਕੇ ਦੇ ਕਈ ਜਾਣੇ ਸ਼ਿਕਾਰ ਹੋਏ ਆ। ਇੱਥੇ ਤਾਂ ਕਿਰਪਾ ਗੁਰੂ ਸਾਹਿਬ ਜੀ ਦੀ, ਤੁਸੀਂ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਜਪਿਆ ਤੇ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੀ ਹੈ ਤੇ ਸਾਨੂੰ ਇੱਥੋਂ ਤੱਕ ਹੀ ਮੂਲ ਮੰਤਰ ਜਪਣਾ ਚਾਹੀਦਾ, ਗੁਰਪ੍ਰਸਾਦ ਤੱਕ ਨਹੀਂ, ਨਾਨਕ ਹੋਸੀ ਵੀ ਸੱਚ, ਇੱਥੋਂ ਤੱਕ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਾ ਇੱਕ ਸੋਨੇ ਦਾ ਪੱਤਰਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਲੱਗਾ ਹੈ, ਦਰਵਾਜ਼ੇ ਦੇ ਉੱਪਰ। ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਾ। ਜਦੋਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜਾਓ ਤੇ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਮੁੱਖ ਦਰਵਾਜ਼ਾ ਹੈ ਉਹਦੇ ਉੱਪਰ ਥੋੜਾ ਜਿਹਾ ਦੇਖਿਓ, ਉਹ ਸੋਨੇ ਦਾ ਪੱਤਰਾ ਲੱਗਿਆ। ਉਸ ਸੋਨੇ ਦੇ ਪੱਤਰ ਦੇ ਉੱਤੇ ਵੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ ਹੈ। ਫਿਰ ਬਾਬਾ ਦੀਪ ਸਿੰਘ ਜੀ ਦਾ ਚੱਕਰ ਹੈ ਦਮਾਲੇ ਤੇ ਸਜਾਉਣ ਵਾਲਾ। ਉਹ ਬਾਬਾ ਦੀਪ ਸਿੰਘ ਜੀ ਦਾ ਚੱਕਰ ਸ੍ਰੀ ਅਕਾਲ ਤਖਤ ਸਾਹਿਬ ਸੁਭਾਈਮਾਨ ਹੈ। ਹਰ ਰੋਜ਼ ਉਸ ਚੱਕਰ ਦੇ ਸ਼ਸਤਰਾਂ ਵਿੱਚ ਦਰਸ਼ਨ ਕਰਵਾਏ ਜਾਂਦੇ ਨੇ। ਉਸ ਚੱਕਰ ਦੇ ਉੱਤੇ ਵੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ। ਦੁਸ਼ਮਣਾਂ ਨੇ ਚਾਲਾਂ ਚਲੀਆਂ ਵੀ ਸਿੱਖਾਂ ਨੂੰ ਬਾਣੀ ਨਾਲੋਂ ਤੋੜੋ ਤੇ ਬਾਣੇ ਨਾਲੋਂ ਤੋੜੋ। ਗੁਰੂ ਦਿਓ ਸਿੱਖੋ, ਇਹ ਦੁਸ਼ਮਣਾਂ ਦੀਆਂ ਚਾਲਾਂ ਨੂੰ ਆਪਾਂ ਕਾਮਯਾਬ ਨਹੀਂ ਹੋਣ ਦੇਣਾ। ਵੱਧ ਤੋਂ ਵੱਧ ਗੁਰਬਾਣੀ ਪੜ੍ਹੋ। ਗੁਰੂ ਸਾਹਿਬ ਜੀ ਦੇ ਕੋਲੋਂ ਜੋ ਮੰਗਣਾ ਮੰਗੋ, ਪਰ ਗੁਰੂ ਸਾਹਿਬ ਜੀ ਦੇ ਕੋਲੋਂ ਸਭ ਤੋਂ ਪਹਿਲਾਂ ਬਾਣੀ ਮੰਗੋ ਤੇ ਬਾਣਾ ਮੰਗੋ। ਜੇ ਸਾਡੇ ਕੋਲੇ ਬਾਣਾ ਹੈ ਤੇ ਬਾਣੀ ਹੈ, ਸਭ ਕੁਝ ਸਫਲ ਹੈ। ਬਾਣੀ ਬਾਣਾ ਨਹੀਂ ਤੇ ਕੁਝ ਵੀ ਨਹੀਂ ਸਫਲਾ। ਹੋਈਆਂ ਬੇਅੰਤ ਭੁੱਲਾਂ ਦੀ ਖੇਮਾ, ਦੇਹੋ ਸੱਜਣ ਅਸੀਂ ਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।